ਅੱਜ ਆਪਾਂ ਆਪਣੀ 10ਵੀਂ ਜਮਾਤ ਦੀ ਅੰਗਰੇਜ਼ੀ ਦਾ ਜਿਹੜਾ ਆਪਾਂ ਪਾਠ ਪੜ੍ਹ ਰਹੇ ਸੀ ਬੈੱਡ ਨੰਬਰ 29 ਉਹਦਾ ਦੂਜਾ ਪਾਠ ਕਰਾਂਗੇ, ਉਹਨੂੰ ਕੰਟੀਨਿਊ ਕਰਾਂਗੇ। ਜਿਸ ਨੇ ਪਿਛਲੀ ਵੀਡੀਓ ਨਹੀਂ ਦੇਖੀ ਉਹ ਪਿਛਲੀ ਵੀਡੀਓ ਵੀ ਦੇਖ ਲਓ ਤਾਂ ਕਿ ਪਿੱਛੇ ਕੀ ਹੋਇਆ ਪਾਠ 'ਚ ਉਹ ਵੀ ਸਾਰਾ ਤੁਹਾਨੂੰ ਪਤਾ ਲੱਗ ਜੇ। ਐਵਰੀ ਮਾਰਨਿੰਗ ਆਫਟਰ ਬ੍ਰੇਕਫਾਸਟ ਨਈਮ ਵੁੱਡ ਕਮ ਟੂ ਮਾਈ ਬੈੱਡ। ਕਹਿੰਦੇ ਹਰੇਕ ਸਵੇਰ ਨਾਸ਼ਤਾ ਕਰਨ ਤੋਂ ਬਾਅਦ ਨਈਮ ਮੇਰੇ ਕੋਲੇ ਆ ਜਾਂਦਾ ਮੇਰੇ ਬੈੱਡ ਤੇ। ਇਨ ਅ ਡ੍ਰੀਮੀ ਵੌਇਸ ਹੀ ਵੁੱਡ ਡਿਸਕ੍ਰਾਈਬ ਅ ਸੀਨ। ਤੇ ਕਹਿੰਦੇ ਉਹ ਆਪਣੀ ਖਿਆਲਾਂ ਨਾਲ ਭਰੀ ਹੋਈ ਆਵਾਜ਼ 'ਚ ਮੈਨੂੰ ਇੱਕ ਸੀਨ ਦਾ ਵਿਖਿਆਨ ਕਰਦਾ। ਵਿਚ ਆਈ ਵੁੱਡ ਵਰਕ ਫਰੋਮ ਡਾਨ ਟੂ ਡਸਕ ਐਜ਼ ਇਫ ਦਾ ਡੇ ਵੁੱਡ ਨੈਵਰ ਐਂਡ। ਕਹਿੰਦੇ ਜਿਹਨੂੰ ਮੈਂ ਪੇਂਟ ਕਰਦਾ ਰਹਿੰਦਾ ਸਵੇਰੇ ਸੂਰਜ ਨਿਕਲਣ ਵੇਲੇ ਤੋਂ ਲੈ ਕੇ ਸੂਰਜ ਛਿਪਣ ਵੇਲੇ ਤੱਕ। ਤੇ ਮੈਂ ਇੰਨਾ ਰੁੱਝਿਆ ਹੁੰਦਾ ਸੀ ਤੇ ਮੈਨੂੰ ਐਂ ਲੱਗਦਾ ਸੀ ਵੀ ਜਿਹੜਾ ਦਿਨ ਆ ਕਦੇ ਖਤਮ ਹੀ ਨਹੀਂ ਹੋਣਾ। ਵਨ ਕੈਨਵਾਸ ਫਿਨਿਸ਼ਡ ਐਂਡ ਅਨਦਰ ਸਟਾਰਟਡ। ਇੱਕ ਕੈਨਵਾਸ ਆ ਜਿਹੜਾ ਉਹ ਪੇਂਟਿੰਗ ਹੈ ਇੱਕ ਖਤਮ ਹੋ ਜਾਂਦੀ ਤੇ ਅਗਲੀ ਸ਼ੁਰੂ ਹੋ ਜਾਂਦੀ। ਇਟ ਵਾਜ਼ ਵੰਡਰਫੁਲ। ਇਹ ਬੜਾ ਅਦਭੁਤ ਸੀ, ਸ਼ਾਨਦਾਰ ਸੀ। ਨਈਮ ਵੁੱਡ ਮੇਕ ਮੀ ਡਰਾ ਆਲ ਦਾ ਮੈਜਿਕ ਡ੍ਰੀਮਲੈਂਡ ਸੀਨਰੀ। ਲੇਖਕ ਕਹਿੰਦਾ ਨਈਮ ਨੇ ਮੇਰੇ ਤੋਂ ਸਾਰਾ ਕੁਝ ਪੇਂਟ ਕਰਵਾ ਲਿਆ ਸੀ ਜਿਹੜਾ ਉਹਦੇ ਖਿਆਲਾਂ 'ਚ ਸੀ। ਉਹਦੇ ਖਿਆਲਾਂ 'ਚ ਜਿਹੜੇ ਸੀਨ ਸੀ ਉਹ ਸਾਰੇ ਉਹਨੇ ਲੇਖਕ ਤੋਂ ਪੇਂਟ ਕਰਵਾ ਲਏ ਸੀ ਇੱਕ ਇੱਕ ਕਰਕੇ ਦੱਸ ਕੇ। ਲੂਜ਼ਿੰਗ ਮਾਈ ਸੈਲਫ ਇਨ ਹਿਜ਼ ਵਰਲਡ ਆਫ ਕਲਰਸ ਫੋਰਗੈਟਿੰਗ ਮਾਈ ਬਲਾਈਂਡਨੈਸ। ਕਹਿੰਦੇ ਮੈਂ ਆਪਣਾ ਜਿਹੜਾ ਆਪਾ ਉਹ ਪੂਰੀ ਤਰ੍ਹਾਂ ਰੰਗਾਂ ਦੀ ਦੁਨੀਆ 'ਚ ਗਵਾ ਚੁੱਕਾ ਸੀ, ਖੋ ਚੁੱਕਿਆ ਸੀ। ਮੈਂ ਆਪਦਾ ਜਿਹੜਾ ਅੰਨਾਪਣਾ ਉਹਨੂੰ ਵੀ ਭੁੱਲ ਚੁੱਕਿਆ ਸੀ। ਆਈ ਕ੍ਰੀਏਟਡ ਔਨ ਪੇਪਰ ਆਲ ਹੀ ਸੈਡ। ਮੈਂ ਕਹਿੰਦੇ ਜਿੰਨਾ ਵੀ ਕੁਛ ਉਹ ਕਹਿੰਦਾ, ਜਿੰਨਾ ਵੀ ਕੁਛ ਉਹ ਬੋਲਦਾ ਉਹ ਸਾਰਾ ਮੈਂ ਪੇਪਰ 'ਤੇ ਬਣਾ ਦਿੰਦਾ। ਹੀ ਆਲਵੇਜ਼ ਪ੍ਰੇਜ਼ਡ ਮੀ ਐਂਡ ਆਈ ਬਿਕਮ ਮੋਰ ਐਂਡ ਮੋਰ ਕਨਵਿੰਸਡ ਆਫ ਮਾਈ ਜੀਨੀਅਸ। ਕਹਿੰਦੇ ਉਹ ਹਮੇਸ਼ਾ ਮੇਰੀ ਤਾਰੀਫ ਕਰਦਾ ਰਹਿੰਦਾ ਸੀਗਾ, ਮੇਰੀਆਂ ਪੇਂਟਿੰਗਾਂ ਦੀ ਤਾਰੀਫ ਕਰਦਾ ਰਹਿੰਦਾ ਸੀ ਤੇ ਮੈਨੂੰ ਆਪਣੇ ਆਪ 'ਤੇ ਹੋਰ ਮਾਣ ਮਹਿਸੂਸ ਹੋਣ ਲੱਗ ਜਾਂਦਾ। ਮੈਨੂੰ ਮੇਰੀ ਜਿਹੜੀ ਮਹਾਨਤਾ ਉਹਦੇ 'ਤੇ ਯਕੀਨ ਹੋਣ ਲੱਗ ਗਿਆ ਸੀ। ਹੀ ਵੁੱਡ ਹਿਮਸੈਲਫ ਮਿਕਸ ਦਾ ਕਲਰਸ। ਕਹਿੰਦੇ ਨਈਮ ਰੰਗਾਂ ਨੂੰ ਵੀ ਆਪ ਹੀ ਮਿਕਸ ਕਰ ਦਿੰਦਾ ਸੀਗਾ। ਐਂਡ ਸੁਜੈਸਟ ਅ ਫੇਂਟ ਸ਼ੇਡ ਹੇਅਰ ਅ ਡਾਰਕ ਲਾਈਨ ਦੇਅਰ। ਤੇ ਉਹ ਨਾਲ ਨਾਲ ਸੁਝਾਅ ਵੀ ਦਿੰਦਾ ਰਹਿੰਦਾ ਸੀ ਕਿ ਇੱਥੇ ਥੋੜ੍ਹਾ ਜਿਹਾ ਫਿੱਕਾ ਰੰਗ ਕਰ, ਇੱਥੇ ਥੋੜ੍ਹੀ ਜਿਹੀ ਗੂੜੀ ਲਾਈਨ ਖਿੱਚ। ਉਹ ਸਾਰੇ ਵੱਖ-ਵੱਖ ਅੱਡ-ਅੱਡ ਸੁਝਾਅ ਦਿੰਦਾ ਰਹਿੰਦਾ ਸੀ ਤੇ ਲੇਖਕ ਤੋਂ ਪੇਂਟਿੰਗ ਬਣਵਾ ਦਿੰਦਾ ਸੀ। ਇਟ ਵਾਜ਼ ਦੈਨ ਦੈਟ ਦਾ ਡਾਕਟਰਸ ਆਪਰੇਟਡ ਅਪੋਨ ਮੀ ਅਗੇਨ। ਕਹਿੰਦੇ ਫੇਰ ਡਾਕਟਰਾਂ ਨੇ ਮੇਰਾ ਦੁਬਾਰੇ ਫੇਰ ਆਪਰੇਸ਼ਨ ਕੀਤਾ। ਨਈਮ ਹੈਡ ਟੇਕਨ ਓਵਰ ਦਾ ਵਰਕ ਆਫ ਰੀਡਿੰਗ ਟੂ ਮੀ ਔਰ ਡਿਸਕ੍ਰਾਈਬਿੰਗ ਅ ਸੀਨ ਫਰੋਮ ਮਾਈ ਵਿੰਡੋ। ਕਹਿੰਦੇ ਨਈਮ ਨੇ ਇਹ ਕੰਮ ਦੀ ਜ਼ਿੰਮੇਵਾਰੀ ਲੈ ਲਈ ਸੀ ਕਿ ਮੈਨੂੰ ਉਹ ਸਾਰੇ ਸੀਨ ਦੱਸਦਾ ਰਹਿੰਦਾ ਸੀ ਜਿਹੜੇ ਖਿੜਕੀ 'ਚੋਂ ਨਜ਼ਰ ਆ ਰਹੇ ਸੀ। ਐਜ਼ ਆਈ ਵਾਜ਼ ਅਨਏਬਲ ਟੂ ਮੂਵ ਫਰੋਮ ਮਾਈ ਬੈੱਡ। ਕਿਉਂਕਿ ਮੈਂ ਆਪਦੇ ਬੈੱਡ ਤੋਂ ਹਿੱਲ ਨਹੀਂ ਸਕਦਾ ਸੀ। ਐਜ਼ ਡੇਜ਼ ਪਾਸਡ ਮਾਈ ਐਂਜ਼ਾਈਟੀ ਇਨਕਰੀਜ਼ਡ। ਕਹਿੰਦੇ ਜਿਵੇਂ ਜਿਵੇਂ ਦਿਨ ਲੰਘ ਰਹੇ ਸੀ ਮੇਰੀ ਉਤਸੁਕਤਾ ਵੱਧ ਰਹੀ ਸੀ। ਪਾਰਟਲੀ ਬਿਕੋਜ਼ ਆਈ ਵਾਂਟਡ ਟੂ ਸੀ ਦਾ ਵਰਲਡ ਆਫ ਕਲਰਸ ਵਿਦ ਮਾਈ ਓਨ ਆਈਜ਼। ਕਹਿੰਦੇ ਕਿਉਂਕਿ ਮੈਂ ਇਹ ਰੰਗਾਂ ਦੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ। ਬਟ ਮੋਸਟਲੀ ਬਿਕੋਜ਼ ਆਈ ਹੈਡ ਸਪੈਂਟ ਮਾਈ ਲਾਸਟ ਰੁਪੀ ਔਨ ਦਿਸ ਵੈਰੀ ਓਪਰੇਸ਼ਨ। ਪਰ ਕਿਉਂਕਿ ਕਹਿੰਦੇ ਮੈਂ ਆਪਦਾ ਆਖਰੀ ਰੁਪਈਆ, ਆਖਰੀ ਪੈਸਾ ਵੀ ਇਸ ਆਪਰੇਸ਼ਨ 'ਤੇ ਖਰਚ ਕਰ ਦਿੱਤਾ ਸੀ। ਐਂਡ ਇਨ ਕੇਸ ਆਫ ਫੇਲੀਅਰ ਆਈ ਵੁੱਡ ਹੈਵ ਟੂ ਲੀਡ ਦਾ ਰੈਚਡ ਲਾਈਫ ਆਫ ਡਾਰਕਨੈਸ ਐਂਡ ਮਾਈਜ਼ਰੀ। ਤੇ ਕਹਿੰਦੇ ਜੇਕਰ ਮੇਰਾ ਇਹ ਆਪਰੇਸ਼ਨ ਫੇਲ ਹੋ ਗਿਆ ਤਾਂ ਮੈਨੂੰ ਪੂਰੀ ਜ਼ਿੰਦਗੀ ਅੰਨਾ ਹੀ ਰਹਿਣਾ ਪਊਗਾ, ਪੂਰੀ ਜ਼ਿੰਦਗੀ ਮੈਨੂੰ ਹਨੇਰੇ ਜੀ ਕੱਢਣੀ ਪਊਗੀ। ਰੈਚਡ ਮਤਲਬ ਹੁੰਦਾ ਦੁਖੀ ਤੇ ਮਾਈਜ਼ਰੀ ਮਤਲਬ ਹੁੰਦਾ ਦੁਰਦਸ਼ਾ। ਆਈ ਵੈਂਟ ਟੂ ਦਾ ਡਾਕਟਰਸ ਰੂਮ ਵਿਦ ਦਾ ਨਰਸ। ਕਹਿੰਦੇ ਮੈਂ ਨਰਸ ਨਾਲ ਡਾਕਟਰ ਦੇ ਕਮਰੇ 'ਚ ਗਿਆ। ਵੈਨ ਨਈਮ ਕੇਮ ਐਂਡ ਸੈਡ ਇਟਸ ਅ ਬਿਊਟੀਫੁਲ ਡੇ ਆਈ ਹੋਪ ਯੂ ਸੀ ਇਟ ਸੂਨ। ਕਹਿੰਦੇ ਫਿਰ ਨਈਮ ਉੱਥੇ ਆਇਆ ਤੇ ਉਹਨੇ ਕਿਹਾ ਵੀ ਇਹ ਬੜਾ ਸੁੰਦਰ ਦਿਨ ਹੈ, ਉਮੀਦ ਹੈ ਕਿ ਤੂੰ ਇਹ ਦਿਨ ਨੂੰ ਜਲਦੀ ਦੇਖ ਸਕੇਂਗਾ। ਆਈ ਟਰਾਈ ਟੂ ਆਨਸਰ ਬਟ ਦੇਅਰ ਵਾਜ਼ ਅ ਲੰਪ ਇਨ ਮਾਈ ਥਰੋਟ। ਕਹਿੰਦੇ ਮੈਂ ਇਹ ਗੱਲ ਦਾ ਜਵਾਬ ਦੇਣਾ ਚਾਹੁੰਦਾ ਸੀ ਪਰ ਜਿਹੜਾ ਉਹ ਜਵਾਬ ਆ ਮੇਰੇ ਗਲ 'ਚ ਹੀ ਅਟਕ ਗਿਆ। ਆਈ ਸਮੈਲ ਦਾ ਸਮੈਲ ਆਫ ਆਪਰੇਸ਼ਨ ਥੀਏਟਰ। ਕਹਿੰਦੇ ਮੈਨੂੰ ਆਪਰੇਸ਼ਨ ਥੀਏਟਰ ਦੀ ਸਮੈਲ ਆ ਰਹੀ ਸੀ। ਆਈ ਫੈਲਟ ਗਲਵਡ ਹੈਂਡ ਟਚਿੰਗ ਮੀ ਜੈਂਟਲੀ। ਕਹਿੰਦੇ ਮੈਂ ਇਹ ਮਹਿਸੂਸ ਕਰ ਰਿਹਾ ਸੀ ਵੀ ਜਸਤਾਨੇ ਵਾਲਾ ਹੱਥ ਮੈਨੂੰ ਟੱਚ ਕਰ ਰਿਹਾ ਹੈਗਾ। ਮਾਈ ਬੈਂਡੇਜ ਵਾਜ਼ ਬੀਇੰਗ ਅਨਵੂਨਡ। ਮੇਰੀ ਜਿਹੜੀ ਪੱਟੀ ਆ ਉਹ ਉਤਾਰੀ ਜਾ ਰਹੀ ਸੀ, ਅੱਖਾਂ 'ਤੇ ਜਿਹੜੀ ਉਹਦੇ ਪੱਟੀ ਬੰਨੀ ਹੋਈ ਸੀ।
ਦ ਕਲੌਕ ਟਿਕ ਐਂਡ ਅ ਵੌਇਸ ਸੈਡ ਓਪਨ ਯੂਅਰ ਆਈਜ਼। ਕਹਿੰਦੇ ਘੜੀ ਦੀ ਮੈਨੂੰ ਟਿਕ ਟਿਕ ਸੁਣੀ ਤੇ ਮੈਨੂੰ ਨਾਲ ਹੀ ਇਹ ਸੁਣਿਆ ਵੀ ਆਪਣੀਆਂ ਅੱਖਾਂ ਖੋਲ੍ਹੋ। ਐਂਡ ਆਈ ਓਪਨ ਮਾਈ ਆਈਜ਼, ਤੇ ਮੈਂ ਆਪਦੀਆਂ ਅੱਖਾਂ ਖੋਲ੍ਹੀਆਂ। ਦੇਅਰ ਵਾਜ਼ ਦਾ ਸੇਮ ਅਨਐਂਡਿੰਗ ਡਾਰਕਨੈਸ, ਤੇ ਮੈਨੂੰ ਕੁਛ ਵੀ ਦਿਖਾਈ ਨਾ ਦਿੱਤਾ, ਉਹੀ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ। ਭਾਵ ਉਹਦੀ ਜਿਹੜੀ ਨਿਗਾਹ ਉਹ ਵਾਪਸ ਨਹੀਂ ਆਈ ਸੀ। ਆਈ ਵਾਜ਼ ਬੈਕ ਇਨ ਮਾਈ ਰੂਮ ਹੈਲਪਡ ਬਾਏ ਦਾ ਨਰਸ। ਕਹਿੰਦੇ ਮੈਨੂੰ ਵਾਪਸ ਮੇਰੇ ਕਮਰੇ 'ਚ ਲਿਆਂਦਾ ਗਿਆ, ਨਰਸ ਨੇ ਮੇਰੀ ਮਦਦ ਕੀਤੀ, ਮੈਨੂੰ ਲੈ ਕੇ ਆਈ ਮੇਰੇ ਕਮਰੇ 'ਚ। ਸੋ ਦੇਅਰ ਵਾਜ਼ ਮਾਈ ਲਾਈਫ ਫੁੱਲ ਆਫ ਡਾਰਕਨੈਸ, ਤੇ ਦੁਬਾਰੇ ਫੇਰ ਮੇਰੀ ਉਹੀ ਜ਼ਿੰਦਗੀ ਸੀ ਹਨੇਰੇ ਨਾਲ ਭਰੀ ਹੋਈ। ਆਈ ਬਰੀਡ ਮਾਈ ਹੈਡ ਇਨ ਦਾ ਪਿੱਲੋ, ਮੈਂ ਸਰਾਣੇ ਥੱਲੇ ਆਪਦਾ ਸਿਰ ਦੱਬ ਲਿਆ। ਨਈਮ ਵਾਜ਼ ਔਨ ਮਾਈ ਸਾਈਡ ਕੰਸੋਲਿੰਗ ਮੀ, ਨਈਮ ਮੇਰੇ ਕੋਲ ਹੀ ਸੀ, ਮੇਰੇ ਨਾਲ ਹੀ ਸੀ ਤੇ ਮੈਨੂੰ ਹੌਸਲਾ ਦੇ ਰਿਹਾ ਸੀ। ਆਈ ਵਿਲ ਬੀ ਗੋਇੰਗ ਸੂਨ ਨਈਮ, ਆਈ ਸੈਡ ਸੈਡਲੀ ਵਨ ਡੇ। ਲੇਖਕ ਕਹਿੰਦਾ ਫਿਰ ਮੈਂ ਉਦਾਸ ਹੋ ਕੇ ਨਈਮ ਨੂੰ ਕਿਹਾ ਵੀ ਹੁਣ ਜਲਦੀ ਹੀ ਮੈਂ ਇੱਥੋਂ ਇੱਕ ਦਿਨ ਚਲਾ ਜਾਊਂਗਾ। ਆਈ ਹੈਵ ਨੋ ਮਨੀ ਨਾਓ, ਦਿਸ ਆਪਰੇਸ਼ਨ ਕਾਸਟ ਮੀ ਆਲ ਆਈ ਹੈਡ। ਲੇਖਕ ਕਹਿੰਦਾ ਮੇਰੇ ਕੋਲ ਹੁਣ ਕੋਈ ਪੈਸਾ ਨਹੀਂ ਬਚਿਆ ਵੀ ਮੈਂ ਦੁਬਾਰੇ ਫੇਰ ਇੱਕ ਹੋਰ ਆਪਰੇਸ਼ਨ ਕਰਵਾ ਲਾਂ, ਹੁਣ ਮੇਰੇ ਕੋਲ ਸਾਰੇ ਪੈਸੇ ਮੁੱਕ ਗਏ ਨੇ। ਹੀ ਵਾਜ਼ ਸ਼ੌਕਡ, ਕਹਿੰਦੇ ਇਹ ਸੁਣ ਕੇ ਨਈਮ ਨੂੰ ਝਟਕਾ ਲੱਗਿਆ। ਓ ਨੋ ਆਈ ਹੈਵ ਸਮ ਮਨੀ ਯੂ ਕੈਨ ਹੈਵ ਇਟ, ਹੀ ਸੈਡ ਸੌਫਟਲੀ। ਉਹ ਕਹਿੰਦਾ ਨਹੀਂ, ਕਹਿੰਦਾ ਮੇਰੇ ਕੋਲੇ ਪੈਸੇ ਹੈਗੇ ਨੇ, ਮੇਰੇ ਕੋਲੇ ਕੁਝ ਕੁ ਪੈਸੇ ਹੈਗੇ ਨੇ, ਤੂੰ ਇਹਨਾਂ ਨੂੰ ਲੈ ਲਾ ਤੇ ਆਪਦਾ ਆਪਰੇਸ਼ਨ ਕਰਾ ਲਾ। ਆਈ ਰਿਪਲਾਈਡ ਫਰਮਲੀ ਥੈਂਕਸ ਨੇਮ, ਆਈ ਹੈਵ ਨੈਵਰ ਬੈਗਡ ਨੋਰ ਵਿਲ ਆਈ, ਥੈਂਕਸ ਆਲ ਦਾ ਸੇਮ। ਕਹਿੰਦੇ ਫਿਰ ਮੈਂ ਉਹਨੂੰ ਕਿਹਾ ਵੀ ਨਈਮ ਤੇਰਾ ਬਹੁਤ ਬਹੁਤ ਧੰਨਵਾਦ, ਪਰ ਮੈਂ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ ਤੇ ਕਦੇ ਮੰਗਾਂਗਾ ਵੀ ਨਹੀਂ, ਤੇਰਾ ਬਹੁਤ ਬਹੁਤ ਧੰਨਵਾਦ ਆ, ਤੂੰ ਮੈਨੂੰ ਪੈਸੇ ਦੇਣੇ ਚਾਹੇ। ਹੀ ਟਰਾਈ ਟੂ ਪਰਸੂਏਡ ਮੀ ਬਟ ਆਈ ਡਿਡਨਟ ਲਿਸਨ, ਉਹ ਕਹਿੰਦੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਉਹਦੀ ਕੋਈ ਗੱਲ ਨਹੀਂ ਸੁਣੀ। ਵਨ ਆਫਟਰਨੂਨ ਨਈਮ ਕੇਮ ਰਨਿੰਗ ਟੂ ਮਾਈ ਬੈਡ, ਕਹਿੰਦੇ ਇੱਕ ਦੁਪਹਿਰੇ ਨਈਮ ਭੱਜਿਆ ਮੇਰੇ ਬੈੱਡ ਵੱਲ ਨੂੰ ਆਇਆ। ਲਿਸਨ, ਸੁਣੋ, ਲਿਸਨ ਓਲਡ ਫੈਲੋ, ਦੇਅਰ ਇਜ਼ ਅ ਫਰੈਂਡ ਆਫ ਮਾਈਨ ਹੂ ਇਜ਼ ਐਨ ਆਰਟ ਲਵਰ। ਕਹਿੰਦੇ ਨਈਮ ਨੇ ਮੈਨੂੰ ਕਿਹਾ ਵੀ ਸੁਣੋ, ਮੇਰੀ ਇੱਕ ਗੱਲ ਸੁਣਾ, ਮੇਰਾ ਇੱਕ ਦੋਸਤ ਆ ਜਿਹੜਾ ਕਿ ਆਰਟ ਨੂੰ ਬਹੁਤ ਪ੍ਰੇਮ ਕਰਦਾ, ਮਤਲਬ ਉਹਨੂੰ ਇਹ ਪੇਂਟਿੰਗਸ ਵਗੈਰਾ ਸਾਰਾ ਕੁਝ ਬਹੁਤ ਪਸੰਦ ਆਉਂਦਾ। ਹੀ ਵਾਂਟਸ ਟੂ ਬਾਏ ਯੂਅਰ ਪੇਂਟਿੰਗਸ, ਕਹਿੰਦੇ ਉਹ ਤੇਰੀਆਂ ਪੇਂਟਿੰਗਸ ਖਰੀਦਣੀਆਂ ਚਾਹੁੰਦਾ। ਹਾਊ ਕੈਨ ਦੈਟ ਬੀ, ਦੇ ਮਸਟ ਬੀ ਆਫੁਲ ਆਈ ਥਾਟ। ਲੇਖਕ ਕਹਿੰਦਾ ਮੈਂ ਸੋਚਿਆ ਵੀ ਮੇਰੀਆਂ ਪੇਂਟਿੰਗਾਂ ਕੌਣ ਲੈਣਾ ਚਾਹੁੰਦਾ, ਵੀ ਇਹ ਕਿਵੇਂ ਹੋ ਸਕਦਾ ਵੀ ਕੋਈ ਮੇਰੀ ਪੇਂਟਿੰਗ ਖਰੀਦਣੀ ਚਾਹੁੰਦਾ, ਮੈਂ ਤਾਂ ਅੰਨਾ ਗਾ, ਤੇ ਜਿਹੜੀਆਂ ਮੇਰੀਆਂ ਪੇਂਟਿੰਗਾਂ ਹੋਣਗੀਆਂ ਉਹ ਤਾਂ ਬੇਕਾਰ ਜੀਆਂ ਹੋਣਗੀਆਂ, ਉਹ ਕਿੱਥੋਂ ਵਧੀਆ ਹੋਣਗੀਆਂ। ਆਫੁਲ ਮਤਲਬ ਹੁੰਦਾ ਬੁਰੀਆਂ, ਭਿਆਨਕ। ਹੀ ਇਜ਼ ਰਿਚ ਵੀ ਕੈਨ ਸਟਰਾਈਕ ਅ ਬਾਰਗੇਨ, ਫਿਰ ਨੀਮ ਕਹਿਣ ਲੱਗਿਆ, ਕਹਿੰਦਾ ਉਹ ਬਹੁਤ ਅਮੀਰ ਆ, ਆਪਾਂ ਸੌਦਾ ਕਰ ਸਕਦੇ ਹਾਂ। ਆਈ ਕੰਸੈਂਟਡ ਐਂਡ ਨੇਮ ਡਾਂਸਡ ਅਰਾਊਂਡ ਦਾ ਰੂਮ ਵਿਦ ਜੋਏ। ਲੇਖਕ ਕਹਿੰਦਾ ਮੈਂ ਉਹਦੀ ਗੱਲ ਮੰਨ ਗਿਆ ਨਈਮ ਦੀ, ਤੇ ਨਈਮ ਖੁਸ਼ੀ 'ਚ ਉੱਥੇ ਨੱਚਣ ਲੱਗ ਗਿਆ ਸਾਰੇ ਕਮਰੇ 'ਚ। ਨੈਕਸਟ ਡੇ ਹੀ ਹੈਂਡਡ ਮੀ ਸਮ ਕ੍ਰਿਸਪ ਬੈਂਕ ਨੋਟਸ, ਕਹਿੰਦੇ ਅਗਲੇ ਦਿਨ ਉਹਨੇ ਮੈਨੂੰ ਕੁਝ ਕਰੜੇ ਬੈਂਕ ਦੇ ਨੋਟ ਦੇ ਤੇ ਲਿਆ ਕੇ। ਮਾਈ ਹੈਪੀਨੈਸ ਨਿਊ ਨੋ ਬਾਉਂਡਸ, ਕਹਿੰਦੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹੋਪ ਸੋਡ ਵੰਸ ਅਗੇਨ, ਕਹਿੰਦੇ ਇੱਕ ਵਾਰੀ ਫੇਰ ਉਮੀਦ ਦੀ ਕਿਰਨ ਜਾਗ ਪਈ। ਵੰਸ ਅਗੇਨ ਆਈ ਵਾਜ਼ ਲਿਵਿੰਗ ਫॉर ਸਮਥਿੰਗ, ਕਹਿੰਦੇ ਇੱਕ ਵਾਰੀ ਫੇਰ ਮੈਂ ਕਿਸੇ ਚੀਜ਼ ਲਈ ਕਿਸੇ ਕਾਰਨ ਕਰਕੇ ਜਿਉਂ ਰਿਹਾ ਸੀ। ਆਈ ਟੁੱਕ ਟੂ ਪੇਂਟਿੰਗ ਅਗੇਨ, ਕਹਿੰਦੇ ਮੈਂ ਦੁਬਾਰੇ ਫੇਰ ਪੇਂਟਿੰਗ ਕਰਨ ਲੱਗ ਗਿਆ। ਐਵਰੀ ਮੋਰਨਿੰਗ ਨੇਮ ਵੁੱਡ ਸਿਟ ਬਾਏ ਮਾਈ ਸਾਈਡ ਐਂਡ ਬਿਗਿਨ ਹਿਜ਼ ਡਰੀਮੀ ਟੇਲ, ਕਹਿੰਦੇ ਹਰੇਕ ਸਵੇਰੇ ਨੇਮ ਮੇਰੇ ਕੋਲੇ ਆ ਕੇ ਬਹਿ ਜਾਂਦਾ ਤੇ ਆਪਦੀਆਂ ਖਿਆਲਾਂ ਵਾਲੀਆਂ ਕਹਾਣੀਆਂ ਮੈਨੂੰ ਸੁਣਾਉਣ ਲੱਗ ਜਾਂਦਾ। ਆਈ ਡਰਿਊ ਔਨ ਐਂਡ ਔਨ, ਕਹਿੰਦੇ ਮੈਂ ਡਰਾ ਕਰਦਾ ਰਹਿੰਦਾ, ਛਾਪਦਾ ਰਹਿੰਦਾ। The unknown buyer appeared off and on and bought my paintings, ਕਹਿੰਦੇ ਉਹ ਜਿਹੜਾ ਇੱਕ ਅਜਨਬੀ ਖਰੀਦਦਾਰ ਸੀ ਉਹ ਆਉਂਦਾ ਤੇ ਮੇਰੀਆਂ ਪੇਂਟਿੰਗਸ ਖਰੀਦ ਕੇ ਚਲਾ ਜਾਂਦਾ। ਨਈਮ ਡਿਸਕ੍ਰਾਈਬ ਸੀਨਸ ਆਫ ਦਾ 4 seasons with such feelings, ਕਹਿੰਦੇ ਨਈਮ ਜਿਹੜੀਆਂ ਚਾਰੇ ਰੁੱਤਾਂ ਨੇ ਉਹਨਾਂ ਦੇ ਜਿਹੜੇ ਸੀਨ ਨੇ ਉਹ ਬਹੁਤ ਫੀਲਿੰਗਸ, ਬੜੀਆਂ ਹੀ ਭਾਵਨਾਵਾਂ ਨਾਲ ਉਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮੈਨੂੰ ਐਕਸਪਲੇਨ ਕਰਦਾ, ਮੈਨੂੰ ਦੱਸਦਾ। ਸਪੈਸ਼ਲੀ ਦਾ ਸਨਸੈਟ ਵਨਸ, ਕਹਿੰਦੇ ਖਾਸ ਕਰਕੇ ਜਦੋਂ ਸੂਰਜ ਛਿਪਦਾ ਹੁੰਦਾ ਉਹ ਸੀਨ ਮੈਨੂੰ ਜ਼ਿਆਦਾ ਦੱਸਦਾ ਸੀ। ਉਹ ਪਿੰਕ, ਪਰਪਲ, ਵਾਈਟ, ਵਾਇਲਟ ਐਂਡ ਆਲ ਸ਼ੇਡਸ ਆਫ ਗੋਲਡ ਵਰ ਸਪਲੈਸ਼ਡ ਬਿਫੋਰ ਮਾਈ ਮਾਈਂਡਸ ਆਈ,
ਉਹ ਸਾਰੇ ਰੰਗਾਂ ਦੀਆਂ ਗੱਲਾਂ ਕਰਦਾ, ਗੁਲਾਬੀ, ਜਾਮਣੀ, ਬੈਂਗਣੀ ਰੰਗਾ, ਚਿੱਟਾ ਤੇ ਸੁਨਹਿਰੀ, ਹੋਰ ਸਾਰੇ ਵੀ ਜਿਹੜੇ ਵੀ ਰੰਗ ਨੇ ਅਲੱਗ-ਅਲੱਗ ਉਹਨਾਂ ਦੀਆਂ ਉਹ ਗੱਲਾਂ ਕਰਦਾ। ਤੇ ਉਹ ਸਾਰੇ ਰੰਗ ਇੱਕ ਵਾਰੀ ਐਂ ਲੱਗਦਾ ਵੀ ਮੇਰੇ ਦਿਮਾਗ 'ਚ ਮੇਰੇ ਸਾਹਮਣੇ ਆ ਜਾਂਦੇ ਸੀ ਸੱਚਮੁੱਚ। ਆਲ ਮਾਈ ਪੇਂਟਿੰਗਸ ਹੈਡ ਬੀਨ ਬੌਟ, ਮੇਰੀਆਂ ਸਾਰੀਆਂ ਪੇਂਟਿੰਗਸ ਖਰੀਦੀਆਂ ਜਾ ਚੁੱਕੀਆਂ ਸੀ। ਐਂਡ ਆਈ ਫਾਊਂਡ ਮਾਈ ਸੈਲਫ ਰੈਡੀ ਫॉर ਦਾ ਥਰਡ ਆਪਰੇਸ਼ਨ, ਤੇ ਮੈਂ ਤੀਜਾ ਆਪਰੇਸ਼ਨ ਕਰਵਾਉਣ ਵਾਸਤੇ ਤਿਆਰ ਸੀ ਕਿਉਂਕਿ ਹੁਣ ਪੇਂਟਿੰਗਾਂ ਵੇਚ ਕੇ ਉਹਦੇ ਕੋਲ ਇੰਨੇ ਕੁ ਪੈਸੇ ਆ ਗਏ ਸੀ। ਆਫਟਰ ਦਾ ਆਪਰੇਸ਼ਨ ਵੈਨ ਆਈ ਰੀਗੇਨਡ ਕੌਨਸ਼ੀਅਸਨੈਸ ਆਈ ਵਾਜ਼ ਟੋਲਡ ਨਾਟ ਟੂ ਮੂਵ ਔਰ ਸਪੀਕ ਵਿਦ ਐਨੀਵਨ, ਕਹਿੰਦੇ ਆਪਰੇਸ਼ਨ ਤੋਂ ਬਾਅਦ ਜਦੋਂ ਹੀ ਮੈਨੂੰ ਹੋਸ਼ ਆਇਆ ਮੈਨੂੰ ਇਹ ਕਿਹਾ ਗਿਆ ਸੀ ਵੀ ਤੂੰ ਹੱਲਣਾ ਨਹੀਂ ਤੇ ਨਾ ਹੀ ਕਿਸੇ ਨਾਲ ਬੋਲਣਾ। ਵੈਨ ਮਾਈ ਬੈਂਡੇਜ ਵਾਜ਼ ਟੂ ਬੀ ਓਪਨਡ ਆਈ ਆਸਕਡ ਫॉर ਨੇਮ, ਕਹਿੰਦੇ ਜਦੋਂ ਮੇਰੀ ਪੱਟੀ ਖੋਲੀ ਜਾ ਰਹੀ ਸੀ ਤਾਂ ਮੈਂ ਨੇਮ ਬਾਰੇ ਪੁੱਛਿਆ। ਬਟ ਦ ਨਰਸ ਸੈਡ ਹੀ ਵਾਜ਼ ਇਲ ਐਂਡ ਕੁਡ ਨਾਟ ਕਮ, ਪਰ ਨਰਸ ਕਹਿੰਦੀ ਵੀ ਉਹ ਬਿਮਾਰ ਹੈ, ਉਹ ਨਹੀਂ ਆ ਸਕਦਾ। ਦ ਡਾਕਟਰ ਰਿਮੂਵ ਦ ਬੈਂਡੇਜ ਐਂਡ ਵੈਨ ਆਈ ਓਪਨਡ ਮਾਈ ਆਈਜ਼, ਕਹਿੰਦੇ ਡਾਕਟਰ ਨੇ ਪੱਟੀ ਮੇਰੀਆਂ ਅੱਖਾਂ ਤੋਂ ਲਾਹੀ ਤੇ ਜਦੋਂ ਹੀ ਮੈਂ ਅੱਖਾਂ ਖੋਲੀਆਂ ਅ ਫਲੈਸ਼ ਆਫ ਲਾਈਟ ਟੋਰ ਥਰੂ ਮਾਈ ਆਈਜ਼ ਆਈ ਕੁਡ ਸੀ, ਕਹਿੰਦੇ ਰੌਸ਼ਨੀ ਦੀ ਚਮਕ ਮੇਰੀਆਂ ਅੱਖਾਂ ਦੇ ਅੰਦਰ ਦਾਖਲ ਹੋ ਗਈ ਤੇ ਮੈਂ ਦੇਖ ਸਕਦਾ ਸੀ। ਭਾਵ ਉਹਦੀ ਨਿਗਾਹ ਵਾਪਸ ਆ ਚੁੱਕੀ ਸੀ, ਉਹਦੀਆਂ ਅੱਖਾਂ ਠੀਕ ਹੋ ਗਈਆਂ ਸੀ। ਦੇ ਵੀਲਡ ਮੀ ਬੈਕ ਟੂ ਮਾਈ ਰੂਮ, ਉਹ ਮੈਨੂੰ ਫਿਰ ਉਹ ਵੀਲ ਚੇਅਰ 'ਤੇ ਬਿਠਾ ਕੇ ਦੁਬਾਰੇ ਫੇਰ ਮੇਰੇ ਕਮਰੇ 'ਚ ਲੈ ਗਏ ਵਾਪਸ। ਆਈ ਕਰਾਈਡ ਨਈਮ ਨਈਮ ਸਿਸਟਰ ਵੇਅਰ ਇਜ਼ ਨਈਮ, ਕਹਿੰਦੇ ਮੈਂ ਚਿਲਾ ਰਿਹਾ ਸੀ, ਨਈਮ ਨੂੰ ਆਵਾਜ਼ਾਂ ਮਾਰ ਰਿਹਾ ਸੀ ਤੇ ਨਰਸ ਨੂੰ ਪੁੱਛ ਰਿਹਾ ਸੀ ਵੀ ਨਈਮ ਕਿੱਥੇ ਆ। ਦ ਨਰਸ ਫੇਸ ਟਰਨਡ ਪੇਲ ਐਜ਼ ਸ਼ੀ ਹੈਂਡਡ ਮੀ ਨੇਮਸ ਲੈਟਰ, ਕਹਿੰਦੇ ਨਰਸ ਦਾ ਚਿਹਰਾ ਬੱਗਾ ਪੈ ਗਿਆ ਸੀ, ਪੀਲਾ ਪੈ ਗਿਆ ਸੀ ਜਿਵੇਂ ਹੀ ਉਹ ਮੈਨੂੰ ਨਈਮ ਦਾ ਪੱਤਰ ਦੇ ਰਹੀ ਸੀ। ਦ ਗੋਡੈਸ ਆਫ ਆਰਟ ਸਮਾਈਲਡ ਔਨ ਮੀ ਐਂਡ ਦੈਨ ਐਜ਼ ਕੁਇਕਲੀ ਐਜ਼ ਸ਼ੀ ਹੈਡ ਕਮ ਸ਼ੀ ਵੈਨਿਸ਼ਡ, ਕਹਿੰਦੇ ਆਰਟ ਦੀ ਜਿਹੜੀ ਦੇਵੀ ਆ ਉਹ ਮੇਰੇ ਤੇ ਮੁਸਕਰਾਈ ਤੇ ਓਨੀ ਹੀ ਛੇਤੀ ਗਾਇਬ ਵੀ ਹੋ ਗਈ ਜਿੰਨੀ ਛੇਤੀ ਆਈ ਸੀ। ਮੈਡ ਵਿਦ ਗਰੀਫ ਆਈ ਰਸ਼ ਟੂ ਦਾ ਕਪਬੋਰਡ ਐਂਡ ਦੇਅਰ ਲੇ ਆਲ ਮਾਈ ਪੇਂਟਿੰਗਸ, ਕਹਿੰਦੇ ਮੈਂ ਦੁੱਖ ਨਾਲ ਪਾਗਲ ਹੋ ਚੁੱਕਿਆ ਸੀ ਤੇ ਮੈਂ ਇੱਕੋ ਦਮ ਆਪਦੇ ਕੱਪਬੋਰਡ ਕੰਨੀ ਨੂੰ ਭੱਜਿਆ ਤੇ ਉੱਥੇ ਮੇਰੀਆਂ ਸਾਰੀਆਂ ਪੇਂਟਿੰਗਸ ਪਈਆਂ ਸੀ। ਮੇਅਰ ਮਾਸਿਸ ਆਫ ਹੈਪਹੈਜ਼ਰਡ ਲਾਈਨਸ, ਕਹਿੰਦੇ ਬਸ ਉਹ ਹੋਰ ਕੁਛ ਨਹੀਂ ਸੀ, ਬਸ ਕਾਟੇ ਮੋਟੇ ਉਹਤੇ ਵੱਜੇ ਹੋਏ ਸੀ, ਵਿੰਗੀਆਂ ਟੇਢੀਆਂ ਲਾਈਨਾਂ ਵੱਜੀਆਂ ਹੋਈਆਂ ਸੀ। ਵਿਦਾਊਟ ਐਨੀ ਕਲਰ, ਤੇ ਨਾ ਕੋਈ ਉਹਦੇ ਰੰਗ ਸੀਗਾ। ਦ ਨਰਸ ਸਪੋਕ ਹੀ ਵਾਜ਼ ਅ ਵੈਰੀ ਗ੍ਰੇਟ ਮੈਨ, ਕਹਿੰਦੇ ਫਿਰ ਨਰਸ ਬੋਲੀ ਕਿ ਉਹ ਬਹੁਤ ਮਹਾਨ ਵਿਅਕਤੀ ਸੀ, ਬਹੁਤ ਮਹਾਨ ਆਦਮੀ ਸੀ। ਵਿਦ ਆਲ ਹਿਜ਼ ਮਨੀ ਹੀ ਬੌਟ ਥੀਸ ਪੇਂਟਿੰਗਸ, ਕਹਿੰਦੇ ਉਹਨੇ ਆਪਦੇ ਸਾਰੇ ਪੈਸੇ ਨਾਲ ਇਹ ਤੇਰੀਆਂ ਪੇਂਟਿੰਗਸ ਖਰੀਦ ਲਈਆਂ ਸੀ। ਐਂਡ ਮੂਵਡ ਆਊਟ ਆਫ ਦਾ ਹੌਸਪੀਟਲ ਵੈਨ ਹੀ ਕੁਡਨਟ ਅਫੋਰਡ ਇਟ, ਤੇ ਫਿਰ ਕਹਿੰਦੇ ਉਹ ਹਸਪਤਾਲ ਤੋਂ ਚਲਾ ਗਿਆ ਜਦੋਂ ਉਹਦੇ ਕੋਲੋਂ ਸਾਰੇ ਪੈਸੇ ਮੁੱਕ ਗਏ ਸੀ, ਉਹਦੇ ਕੋਲੇ ਹਸਪਤਾਲ ਨੂੰ ਦੇਣ ਲਈ ਹੋਰ ਪੈਸੇ ਨਾ ਬਚੇ ਤਾਂ ਉਹ ਹਸਪਤਾਲ 'ਚੋਂ ਚਲਾ ਗਿਆ। ਹੀ ਕੁਡਨਟ ਹੈਵ ਹਿਜ਼ ਥਰਡ ਆਪਰੇਸ਼ਨ, ਤੇ ਉਹ ਆਪਦਾ ਤੀਜਾ ਆਪਰੇਸ਼ਨ ਨਹੀਂ ਕਰਵਾ ਸਕਿਆ। ਵਟ ਆਈ ਕਰਾਈਡ ਆਪਰੇਸ਼ਨ ਵਿਚ ਆਪਰੇਸ਼ਨ, ਲੇਖਕ ਚਿल्लाया, ਕਹਿੰਦਾ ਕੀ, ਕਹਿੰਦਾ ਆਪਰੇਸ਼ਨ, ਕਿਹੜਾ ਆਪਰੇਸ਼ਨ। ਵਾਈ ਹਿਜ਼ ਆਈਜ਼ ਆਫ ਕੋਰਸ ਹੀ ਵਾਜ਼ ਬਲਾਈਂਡ, ਕਹਿੰਦੀ ਕਿਉਂ, ਉਹਦੀਆਂ ਅੱਖਾਂ ਦਾ, ਹੋਰ ਕਾਹਦਾ, ਕਿਉਂਕਿ ਉਹ ਵੀ ਅੰਨਾ ਸੀ। ਆਈ ਵਾਜ਼ ਅਨਏਬਲ ਟੂ ਮੂਵ ਫॉर ਸਮ ਟਾਈਮ ਟੀਅਰਸ ਬਲਾਈਂਡਡ ਮਾਈ ਆਈਜ਼, ਕਹਿੰਦੇ ਮੈਂ ਇਹ ਸੁਣ ਕੇ ਸੁੰਨ ਹੋ ਗਿਆ ਤੇ ਆਪਦੀ ਥਾਂ ਤੋਂ ਮੈਥੋਂ ਹਿੱਲਿਆ ਵੀ ਨਹੀਂ ਗਿਆ, ਉੱਥੇ ਹੀ ਖੜਾ ਦਾ ਖੜਾ ਰਹਿ ਗਿਆ ਤੇ ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਗਏ। ਅੰਡਰ ਹਿਜ਼ ਪਿੱਲੋ ਵਾ 4 ਪੇਂਟਿੰਗਸ ਹੀ ਹੈਡ ਪੇਂਟਡ ਆਫ ਦਾ 4 ਸੀਜ਼ਨਸ ਬਿਫੋਰ ਹੀ ਵਾਜ਼ ਬਲਾਈਂਡ, ਤੇ ਉਹਦੇ ਸਰਾਣੇ ਥੱਲੇ ਉਹ ਚਾਰੇ ਪੇਂਟਿੰਗਾਂ ਪਈਆਂ ਸੀ, ਉਹ ਚਾਰੇ ਰੁੱਤਾਂ ਦੀਆਂ ਪੇਂਟਿੰਗਾਂ ਪਈਆਂ ਸੀ ਜਿਹੜੀਆਂ ਉਹਨੇ ਕਦੇ ਪੇਂਟ ਕੀਤੀਆਂ ਸੀ ਅੰਨਾ ਹੋਣ ਤੋਂ ਪਹਿਲਾਂ। ਮਤਲਬ ਜਦੋਂ ਉਹਨੂੰ ਦਿਖਦਾ ਸੀਗਾ, ਨਈਮ ਨੂੰ ਜਦੋਂ ਦਿਖਦਾ ਹੁੰਦਾ ਸੀ ਉਦੋਂ ਉਹ ਪੇਂਟਿੰਗ ਕਰਦਾ ਸੀ। ਉਹਨੇ ਚਾਰੇ ਰੁੱਤਾਂ ਦੀਆਂ ਪੇਂਟਿੰਗਸ ਬਣਾਈਆਂ ਹੋਈਆਂ ਸੀ ਜਿਹੜੀਆਂ ਉਹਦੇ ਸਰਾਣੇ ਥੱਲੇ ਪਈਆਂ ਸੀ। ਹੀ ਡਿਸਕ੍ਰਾਈਬਡ ਦੋਜ਼ ਪੇਂਟਿੰਗਸ ਟੂ ਮੀ, ਲੇਖਕ ਕਹਿੰਦਾ ਇਹੀ ਉਹ ਚਾਰੇ ਪੇਂਟਿੰਗਸ ਸੀਗੀਆਂ ਜਿਨ੍ਹਾਂ ਦਾ ਵਿਖਿਆਨ ਉਹ ਮੈਨੂੰ ਕਰਦਾ ਰਹਿੰਦਾ ਸੀ, ਮੈਨੂੰ ਦੱਸਦਾ ਰਹਿੰਦਾ ਸੀ ਵੀ ਐਂ ਪੇਂਟਿੰਗ ਬਣਾ। ਐਂਡ ਟਰਾਈ ਟੂ ਪੇਂਟ ਦੈਮ ਔਨ ਮਾਈ ਕੈਨਵਾਸ, ਟੀਅਰਸ ਬਲਾਈਂਡਡ ਮਾਈ ਆਈਜ਼ ਐਜ਼ ਆਈ ਹੈਲਡ ਹਿਜ਼ ਪੇਂਟਿੰਗਸ ਇਨ ਮਾਈ ਹੈਂਡ, ਲੇਖਕ ਕਹਿੰਦਾ ਜਿਵੇਂ ਹੀ ਮੈਂ ਉਹਦੀਆਂ ਪੇਂਟਿੰਗਸ ਨੂੰ ਆਪਦੇ ਹੱਥਾਂ 'ਚ ਫੜਿਆ ਤਾਂ ਹੰਝੂਆਂ ਨੇ ਮੇਰੀਆਂ ਅੱਖਾਂ ਬੰਦ ਕਰ ਦਿੱਤੀਆਂ। ਭਾਵ ਲੇਖਕ ਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਗਏ। ਲੇਖਕ ਉਹ ਪੇਂਟਿੰਗਸ ਨੂੰ ਫੜ ਕੇ ਰੋ ਰਿਹਾ ਸੀ। ਇਹ ਸੀ ਆਪਣਾ ਸਾਰਾ ਪਾਠ ਬੈੱਡ ਨੰਬਰ 29।
ਉਮੀਦ ਆ ਕਿ ਤੁਹਾਨੂੰ ਸਾਰਾ ਪਾਠ ਸਮਝ ਆ ਗਿਆ ਹੋਊਗਾ। ਅੱਜ ਦੀ ਵੀਡੀਓ 'ਚ ਆਪਾਂ ਇਹ ਸਾਰਾ ਪਾਠ ਕਰ ਲਿਆ ਤੇ ਅਗਲੀ ਵੀਡੀਓ 'ਚ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ।